सिख नूं गुरबाणी तो बिना होर चार चफेरे नेरा जिन्हां लोकां ने श्री गुरु ग्रंथ साहिब दे उत्ते हत्थ चुक्या उन्हां नूं बेचण दी कोशिश कीती है, गवाउण दी कोशिश कीती है, साडे तो दूर करन दी कोशिश कीती है, बेदबी कीती है। जिन्हां लोकां ने कीती है, कराई है। 2015 तो लैके सिलसिलावार शुरू होया बेदबियां दा। उन्हां लोकां नूं टिक के बहण देना फिर जे असीं सिख हां फिर साडे वास्ते एक हराम हो हैगा। ਜਿਹੜੇ ਉੱਥੇ ਸੁਹਿਰਦ ਵੀਰ ਹੈਗੇ ਆ ਸਾਡੇ ਹਿੰਦੂ ਭਰਾ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਲੋਕ ਬਿਨਾਂ ਵਜ੍ਹਾ ਸਾਡੀਆਂ ਧੀਆਂ ਭੈਣਾਂ ਨੂੰ ਬਕਵਾਸ ਕਰਦੇ ਆ ਕਿਉਂਕਿ ਧੀ ਭੈਣ ਚਾਹੇ ਹਿੰਦੂ ਵੀਰ ਦੀ ਹੋਵੇ ਸਿੱਖ ਦੀ ਉਹ ਸਾਡੀ ਇੱਕ ਹੈ ਉਹਨਾਂ ਤੇ ਲਗਾਮ ਲੱਗਣੀ ਚਾਹੀਦੀ ਆ ਤੇ ਦੂਜੇ ਪਾਸੇ ਸਾਡੇ ਸਿੱਖ ਬੱਚਿਆਂ ਨੂੰ ਵੀ ਹੋਸ਼ ਹਵਾਸ ਤੋਂ ਕੰਮ ਲੈਣਾ ਚਾਹੀਦਾ ਕਿ ਅਸੀਂ ਇਹਨਾਂ ਮੰਦਰ ਵਾਲੇ ਵੀਰਾਂ ਵਾਸਤੇ ਸਾਡੇ ਸਤਿਗੁਰ ਪਾਤਸ਼ਾਹ ਨੇ ਸੀਸ ਦਿੱਤਾ ਸੀ ਅਸੀਂ ਇਹੋ ਜੀ ਗਲਤੀ ਨਹੀਂ ਕਰਨੀ ਅਸੀਂ ਇਹਨਾਂ ਦੇ ਟਰੈਪ ਵਿੱਚ ਨਹੀਂ ਆਉਣਾ परंतु जे साडे ते कोई चढ़ के आएगा तो असीं उहदा लिहाज भी नहीं करना ते तुसीं पंजाबीओ ये सोच लो भी ये सिखां नूं धर्मी कदों कहिंदे आ जदों सत्ता तो बाहर हुंदे आ ते हुण भलेखे च भी किते गलती ना कर दिओ जे किते अपना श्रोमणी कमेटी चों भी आपां इन्हां नूं बाहर कर दिंदे आ ना ते फिर ये हवारा जी नूं राजोआणा साहब नूं ते अपने तारा साहब नूं सारे जिन्ने साडे योधे आ ਇਹ ਉਹਨਾਂ ਨੂੰ ਹਾਥੀ ਤੇ ਬਿਠਾ ਕੇ ਲਿਆਉਣਗੇ ਕੋਸ਼ਿਸ਼ਾਂ ਕਰਨਗੇ ਪਰੰਤੂ ਹਜੇ ਇਹਨਾਂ ਦੀ ਡਰਾਮੇਬਾਜ਼ੀ ਆ ਡਰਾਮੇਬਾਜ਼ੀ ਵਿੱਚ ਨਾ ਆਇਓ ਇਹ ਕੋਈ ਪੰਥ ਦੇ ਦਰਦੀ ਨਹੀਂ ਹੈਗੇ ਤੇ ਜਿਹੜੀਆਂ ਹੋਰ ਵਾਇਲੈਂਸ ਕਰਾਏ ਜਾ ਰਹੇ ਆ ਪੰਜਾਬ 'ਚ ਉਹ ਇਹਨਾਂ ਦੀ ਬੁਖਲਾੜ ਦੀ ਨਿਸ਼ਾਨੀ ਆ ਅਸੀਂ ਪਿੱਛੇ ਅਤੀਤ ਵੱਲ ਝਾਕੀਏ ਮੰਦਰਾਂ ਵਿੱਚ ਗਊ ਦਾ ਮਾਸ ਗੁਰਦੁਆਰਿਆਂ ਵਿੱਚ ਬੀੜੀਆਂ ਤੇ ਮਸਜਿਦ ਵਿੱਚ ਸੂਰ ਛੱਡਦੇ ਰਹੇ ਨਾ ਇਹ ਸਟ੍ਰੈਟਜੀ ਹੈ ਜਦੋਂ ਸਾਡੀ ਸਿਆਸੀ ਪੀੜ੍ਹੀ ਹਿੱਲਦੀ ਹੈ ਕੁਰਸੀ ਹਿੱਲਦੀ ਹੈ ਉਦੋਂ ਫਿਰ ਅਸੀਂ ਧਰਮ ਦੀ ਰੰਗਤ ਦੇ ਕੇ ਉਹਦੇ ਉੱਤੇ ਬਹਿਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇਹ ਜਿਹੜੀ ਸ਼ਮਾ ਹੈ ਇਹਨੂੰ ਕਿਸੇ ਕੀਮਤ ਤੇ ਉੱਤੇ ਬੁੱਝਣ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਬਸਿੰਦਿਆਂ ਨੂੰ ਗੁਰਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਰਾਹੀਂ ਕਿ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਸ਼ਾਬਾਸ਼ ਏ ਪੰਜਾਬੀਓ ਤੁਹਾਡੇ ਜਿਨ੍ਹਾਂ ਨੇ ਇਹਨਾਂ ਦੀ ਨਿਗਾਹ 'ਚ ਜੋ ਲੋਕ ਅੱਤਵਾਦੀ ਸਨ 15 ਸਾਲ ਪਹਿਲਾਂ ਅੱਜ ਉਹਨਾਂ ਨੂੰ ਧਰਮੀ ਬਣਾਤਾ ਦੇਖੋ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਸਿੱਖ ਜਿਉਂਦਾ ਇਹਦਾ ਜਨਮ ਇਹਦਾ ਆਨੰਦ ਸੰਸਕਾਰ ਇਹਦਾ ਮ੍ਰਿਤਕ ਸੰਸਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਹੀ ਹੈ ਸਿੱਖ ਨੂੰ ਗੁਰਬਾਣੀ ਤੋਂ ਬਿਨਾ ਹੋਰ ਚਾਰ ਚਫੇਰੇ ਹਨੇਰਾ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਚੁੱਕਿਆ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਗਵਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਅਦਬੀ ਕੀਤੀ ਹੈ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਕਰਾਈ ਹੈ 2015 ਤੋਂ ਲੈ ਕੇ ਸਿਲਸਿਲਾਵਾਰ ਸ਼ੁਰੂ ਹੋਇਆ ਬੇਅਦਬੀਆਂ ਦਾ ਉਹਨਾਂ ਲੋਕਾਂ ਨੂੰ ਟਿਕ ਕੇ ਬਹਿਣ ਦੇਣਾ ਫਿਰ ਜੇ ਅਸੀਂ ਸਿੱਖ ਹਾਂ ਫਿਰ ਸਾਡੇ ਵਾਸਤੇ ਇੱਕ ਹਰਾਮ ਹੋ ਹੈਗਾ ਅਸੀਂ ਇਹ ਜਿਹੜੀ ਸ਼ਮਾ ਹੈ ਇਹਨੂੰ ਕਿਸੇ ਕੀਮਤ ਤੇ ਉੱਤੇ ਬੁੱਝਣ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਬਸਿੰਦਿਆਂ ਨੂੰ ਗੁਰਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਰਾਹੀਂ ਕਿ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਸ਼ਾਬਾਸ਼ ਏ ਪੰਜਾਬੀਓ ਤੁਹਾਡੇ ਜਿਨ੍ਹਾਂ ਨੇ ਇਹਨਾਂ ਦੀ ਨਿਗਾਹ 'ਚ ਜੋ ਲੋਕ ਅੱਤਵਾਦੀ ਸਨ 15 ਸਾਲ ਪਹਿਲਾਂ ਅੱਜ ਉਹਨਾਂ ਨੂੰ ਧਰਮੀ ਬਣਾਤਾ ਤੇ ਤੁਸੀਂ ਪੰਜਾਬੀਓ ਇਹ ਸੋਚ ਲਓ ਵੀ ਇਹ ਸਿੱਖਾਂ ਨੂੰ ਧਰਮੀ ਕਦੋਂ ਕਹਿੰਦੇ ਆ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤੇ ਹੁਣ ਭਲੇਖੇ 'ਚ ਵੀ ਕਿਤੇ ਗਲਤੀ ਨਾ ਕਰ ਦਿਓ ਜੇ ਕਿਤੇ ਆਪਣਾ ਸ਼੍ਰੋਮਣੀ ਕਮੇਟੀ ਚੋਂ ਵੀ ਆਪਾਂ ਇਹਨਾਂ ਨੂੰ ਬਾਹਰ ਕਰ ਦਿੰਦੇ ਆ ਨਾ ਤੇ ਫਿਰ ਇਹ ਹਵਾਰਾ ਜੀ ਨੂੰ ਰਾਜੋਆਣਾ ਸਾਹਿਬ ਨੂੰ ਤੇ ਆਪਣੇ ਤਾਰਾ ਸਾਹਿਬ ਨੂੰ ਸਾਰੇ ਜਿੰਨੇ ਸਾਡੇ ਯੋਧੇ ਆ ਇਹ ਉਹਨਾਂ ਨੂੰ ਹਾਥੀ ਤੇ ਬਿਠਾ ਕੇ ਲਿਆਉਣਗੇ ਕੋਸ਼ਿਸ਼ਾਂ ਕਰਨਗੇ ਪਰੰਤੂ ਹਜੇ ਇਹਨਾਂ ਦੀ ਡਰਾਮੇਬਾਜ਼ੀ ਆ ਡਰਾਮੇਬਾਜ਼ੀ ਵਿੱਚ ਨਾ ਆਇਓ ਇਹ ਕੋਈ ਪੰਥ ਦੇ ਦਰਦੀ ਨਹੀਂ ਹੈਗੇ ਤੇ ਜਿਹੜੀਆਂ ਹੋਰ ਵਾਇਲੈਂਸ ਕਰਾਏ ਜਾ ਰਹੇ ਆ ਪੰਜਾਬ 'ਚ ਉਹ ਇਹਨਾਂ ਦੀ ਬੁਖਲਾੜ ਦੀ ਨਿਸ਼ਾਨੀ ਆ ਦੇਖੋ ਜੀ ਜਿੱਥੇ ਵੀ ਸਿੱਖ ਬੱਚਿਆਂ ਦੇ ਉੱਤੇ ਤਸ਼ੱਦਦ ਹੁੰਦਾ ਨੌਜਵਾਨਾਂ 'ਤੇ ਤਸ਼ੱਦਦ ਹੁੰਦਾ ਉਹ ਮਾੜਾ ਹੈ ਪੂਰੀ ਕਹਾਣੀ ਬਾਰੇ ਮੈਨੂੰ ਪਤਾ ਨਹੀਂ ਪਰੰਤੂ ਮੈਂ ਇੰਨਾ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਟਰੈਪ ਵਿੱਚ ਸਾਡੇ ਨੌਜਵਾਨ ਵੀਰ ਵੀ ਨਾ ਆਉਣ ਔਰ ਜਿਹੜੇ ਦੂਜੇ ਵੀਰ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਤੁਸੀਂ ਸੈਨਾ ਬਣਾਈਆਂ ਉਹਨਾਂ ਦਾ ਜੱਤ ਸਤ ਕਿੰਨਾ ਸ਼ਿਵਜੀ ਮਹਾਰਾਜ ਦਾ ਅਸੀਂ ਉਹਨਾਂ ਤੋਂ ਸਿੱਖਿਆ ਲਈਏ ਕਿਉਂਕਿ ਮੰਦਰ ਦੇ ਉੱਤੇ ਪਥਰਾ ਕਰਾਉਣਾ ਕੀਤਾ ਨਹੀਂ ਸਿੱਖਾਂ ਨੇ ਆਪਣੇ ਪਹਾੜੇ ਦੇ ਬੰਦੇ ਛੱਡ ਕੇ ਅਸੀਂ ਕਰਾਉਣੇ ਹੁੰਦੇ ਆ ਅਸੀਂ ਪਿੱਛੇ ਅਤੀਤ ਵੱਲ ਝਾਕੀਏ ਮੰਦਰਾਂ ਵਿੱਚ ਗਊ ਦਾ ਮਾਸ ਗੁਰਦੁਆਰਿਆਂ ਵਿੱਚ ਬੀੜੀਆਂ ਤੇ ਮਸਜਿਦ ਵਿੱਚ ਸੂਰ ਛੱਡਦੇ ਰਹੇ ਨਾ
ਇਹ ਸਟ੍ਰੈਟਜੀ ਹੈ। ਜਦੋਂ ਸਾਡੀ ਸਿਆਸੀ ਪੀੜ੍ਹੀ ਹਿੱਲਦੀ ਹੈ, ਕੁਰਸੀ ਹਿੱਲਦੀ ਹੈ, ਉਦੋਂ ਫਿਰ ਅਸੀਂ ਧਰਮ ਦੀ ਰੰਗਤ ਦੇ ਕੇ ਉਹਦੇ ਉੱਤੇ ਬਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਨਵੈਸਟੀਗੇਸ਼ਨ ਹੋ ਕੇ ਸ਼ਾਇਦ ਅੱਗੇ ਸ਼ਾਇਦ ਤੁਹਾਡੇ ਪੰਜਾਬ ਦੇ ਵਸਿੰਦਿਆਂ ਦੇ ਸਾਰਾ ਕੁਝ ਸਾਹਮਣੇ ਆ ਹੀ ਜਾਵੇਗਾ। ਬਾਕੀ ਜਿਹੜੀ ਮੰਦਭਾਗੀ ਘਟਨਾ ਉਹ ਮੰਦਭਾਗੀ ਹੈ। ਜਿਹੜੇ ਉੱਥੇ ਸੁਹਿਰਦ ਵੀਰ ਹੈਗੇ ਆ ਸਾਡੇ ਹਿੰਦੂ ਭਰਾ, ਉਹਨਾਂ ਨੂੰ ਚਾਹੀਦਾ ਕਿ ਜਿਹੜੇ ਲੋਕ ਬਿਨਾਂ ਵਜ੍ਹਾ ਸਾਡੀਆਂ ਧੀਆਂ ਭੈਣਾਂ ਨੂੰ ਬਕਵਾਸ ਕਰਦੇ ਆ, ਕਿਉਂਕਿ ਧੀ ਭੈਣ ਚਾਹੇ ਹਿੰਦੂ ਵੀਰ ਦੀ ਹੋਵੇ ਸਿੱਖ ਦੀ, ਉਹ ਸਾਡੀ ਇੱਕ ਹੈ, ਉਹਨਾਂ ਤੇ ਲਗਾਮ ਲੱਗਣੀ ਚਾਹੀਦੀ ਹੈ। ਤੇ ਦੂਜੇ ਪਾਸੇ ਸਾਡੇ ਸਿੱਖ ਬੱਚਿਆਂ ਨੂੰ ਵੀ ਹੋਸ਼ ਹਵਾਸ ਤੋਂ ਕੰਮ ਲੈਣਾ ਚਾਹੀਦਾ ਕਿ ਅਸੀਂ ਇਹਨਾਂ ਮੰਦਰ ਵਾਲੇ ਵੀਰਾਂ ਵਾਸਤੇ ਸਾਡੇ ਸਤਿਗੁਰ ਪਾਤਸ਼ਾਹ ਨੇ ਸੀਸ ਦਿੱਤਾ ਸੀ, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਅਸੀਂ ਇਹਨਾਂ ਦੇ ਟਰੈਪ ਵਿੱਚ ਨਹੀਂ ਆਉਣਾ। ਪਰੰਤੂ ਜੇ ਸਾਡੇ ਤੇ ਕੋਈ ਚੜ੍ਹ ਕੇ ਆਏਗਾ ਤੇ ਅਸੀਂ ਉਹਦਾ ਲਿਹਾਜ਼ ਵੀ ਨਹੀਂ ਕਰਨਾ। ਸ਼੍ਰੀ ਹਰਿਮੰਦਰ ਸਾਹਿਬ ਥੋੜੇ ਦਿਨ ਹੋਇਆ ਫਿਰ ਇਕੱਠ ਹੋਇਆ ਜੀ ਇਲੈਕਸ਼ਨ ਦੁਬਾਰਾ ਹੋ ਦੇਖੋ ਜੀ, ਹੁਣ ਮੈਂ ਤਾਂ 19 ਮਹੀਨੇ ਕੱਟ ਕੇ ਆਇਆ, ਇੰਨੀਆਂ ਬਹੁਤੀਆਂ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਹੈ। ਹਾਂਜੀ, ਅਜੇ ਤਾਂ ਮੈਂ ਬਾਹਰ ਹੀ ਆਇਆ, ਮੈਨੂੰ ਪਤਾ ਨਹੀਂ ਹੈਗਾ ਇਹਨਾਂ ਬਾਰੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ, ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੋਂ। ਦਾਸ ਦੇ ਨਾਲ ਨੇ ਭਾਈ ਭੁਪਿੰਦਰ ਸਿੰਘ 6 ਜੂਨ। ਅੱਜ 328 ਪਾਵਨ ਸਰੂਪ ਜੋ ਸ਼੍ਰੋਮਣੀ ਕਮੇਟੀ ਨੇ ਲਾਪਤਾ ਕੀਤੇ ਸਨ, ਗੁੰਮ ਕੀਤੇ ਸਨ, ਉਹਨਾਂ ਦੇ ਵਾਸਤੇ ਜਿਨ੍ਹਾਂ ਨੇ ਲੰਬਾ ਸੰਘਰਸ਼ ਕੀਤਾ, ਭਾਈ ਸੁਖਜੀਤ ਸਿੰਘ ਖੋਸੇ, ਉਹ ਤਕਰੀਬਨ 1.5-2 ਸਾਲ ਨੂੰ ਤੇ ਬਾਦਲ ਲਾਣੇ ਨੂੰ, ਇਹਨਾਂ ਦੀ ਜੁੰਡਲੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਸ਼ਾਇਦ ਸਮਝਦੇ ਹੋਵੋਗੇ ਕਿ ਇਹਨਾਂ ਗੁਰਸਿੱਖਾਂ ਦੀ ਮਾਰ-ਕੁੱਟ ਕਰਕੇ, ਇਹਨਾਂ ਦੇ ਉੱਤੇ ਜ਼ੁਲਮ ਤਸ਼ੱਦਦ ਕਰਕੇ ਜਿਹੜਾ ਮੋਰਚਾ ਆ 328 ਪਾਵਨ ਸਰੂਪਾਂ ਦਾ ਉਹ ਖਤਮ ਹੋ ਗਿਆ ਹੋਵੇਗਾ। ਪਰ ਅੱਜ ਵੀ ਇਹ ਜਿਹੜਾ ਮੋਰਚਾ ਆ ਉਹ ਚੱਲ ਰਿਹਾ ਆ ਤੇ ਉਹਨਾਂ ਚਿਰ ਤੱਕ ਇਹ ਜਿਹੜਾ ਸੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਤੱਕ 328 ਪਾਵਨ ਸਰੂਪਾਂ ਦਾ ਜਿਹੜਾ ਹਿਸਾਬ ਆ ਉਹ ਬਦਲ ਕੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਨਹੀਂ ਦੇ ਦਿੰਦੀ ਕਿ ਉਹ ਪਾਵਨ ਸਰੂਪ ਕਿਹਨੂੰ ਦਿੱਤੇ, ਕਿਹਦੇ ਕਹਿਣ ਦੇ ਉੱਤੇ ਦਿੱਤੇ ਤੇ ਉਹ ਪਾਵਨ ਸਰੂਪ ਹੁਣ ਕਿਹੜੇ ਹਾਲਾਤਾਂ ਦੇ ਵਿੱਚ ਆ। ਸੋ ਉਹਨਾਂ ਨੂੰ ਜਿਹੜਾ ਜਵਾਬ ਆ ਉਹ ਦੇਣਾ ਪਵੇਗਾ। ਸਿੱਖ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਦਬ ਸਤਿਕਾਰ ਦੇ ਵਾਸਤੇ ਉਸ ਮੋਰਚੇ ਦੇ ਵਿੱਚ ਬੈਠੀਆਂ ਸਨ, ਪਰ 40 ਦਿਨਾਂ ਬਾਅਦ ਇਹਨਾਂ ਨੇ ਡਾਂਗਾਂ ਦੇ ਨਾਲ ਜਾਂ ਕਿਰਪਾਨਾਂ ਦੇ ਨਾਲ ਗੁਰਸਿੱਖਾਂ ਦੇ ਉੱਤੇ ਜਿਹੜਾ ਹਮਲਾ ਆ ਉਹ ਕੀਤਾ। ਕੇਸਾਂ ਕਕਾਰਾਂ ਦੀ ਜਿਹੜੀ ਬੇਅਦਬੀ ਆ ਉਹ ਕੀਤੀ ਤੇ ਧੀਆਂ ਭੈਣਾਂ ਦੀ ਵੀ ਜਿਹੜੀ ਇਹਨਾਂ ਵੱਲੋਂ ਜਿਹੜੀ ਬੇਪਤੀ ਆ ਉਹ ਕੀਤੀ ਤੇ ਬੱਚਿਆਂ ਨੂੰ ਵੀ ਜਿਹੜਾ ਆ ਉਹ ਵੀ ਇਹਨਾਂ ਦੇ ਵੱਲੋਂ ਜਿਹੜਾ ਆ ਉਹ ਨਹੀਂ ਬਖਸ਼ਿਆ ਗਿਆ ਸੀ। ਪਰ ਜੋ ਇਹਨਾਂ ਨੇ ਜ਼ੁਲਮ ਤਸ਼ੱਦਦ ਗੁਰਸਿੱਖਾਂ ਦੇ ਉੱਤੇ ਕੀਤਾ, ਉਹਨਾਂ ਦੀ ਜਿਹੜੀ ਸਜ਼ਾ ਆ ਉਹ ਬਾਦਲਕਿਆਂ ਨੂੰ ਮਿਲ ਚੁੱਕੀ ਹੋਈ ਆ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਦੇ ਕੀ ਹਾਲਾਤ ਹੋਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਆ, ਕਿਉਂਕਿ ਅਸੀਂ ਪਹਿਲਾਂ ਹੀ ਆਖਿਆ ਸੀ ਕਿ ਜਿਹੜਾ ਗੁਰੂ ਆ ਉਹ ਬੜਾ ਸਮਰੱਥ ਆ ਤੇ ਬਾਦਲਕਿਆਂ ਨੂੰ ਇਹੋ ਜਿਹੀ ਜਿਹੜੀ ਮਾਰ ਪਏਗੀ ਜਾਂ ਬਾਦਲਕਿਆਂ ਦਾ ਇਹੋ ਜਿਹਾ ਜਿਹੜਾ ਹਸ਼ਰ ਆ ਉਹ ਹੋਵੇਗਾ ਕਿ ਇਹ ਕਿਸੇ ਨੂੰ ਮੂੰਹ ਦਿਖਾਉਣ ਦੇ ਜਿਹੜੇ ਲਾਇਕ ਆ ਉਹ ਨਹੀਂ ਰਹਿਣਗੇ। ਕਿਉਂਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਬਣਿਆ ਫਿਰ ਉਹਦਾ ਇਹੀ ਹਾਲ ਹੋਣਾ ਸੀ ਤੇ ਅਗਾਂਹ ਵੀ ਜੇਕਰ ਬਾਦਲ ਕੇ ਇਹੀ ਕੁਝ ਕਰਦੇ ਰਹੇ, ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਇਹੀ ਕੁਝ ਕਰਦੀ ਰਹੀ ਤਾਂ ਇਹਨਾਂ ਦਾ ਅਗਾਂਹ ਵੀ ਜਿਹੜਾ ਬੁਰਾ ਹਾਲ ਹੋਵੇਗਾ। ਸਿੱਖ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਅਸੀਂ ਇਕਜੁੱਟ ਅਤੇ ਇਕਮੁੱਠ ਹੋ ਕੇ ਸਾਰੀਆਂ ਪੰਥਕ ਧਿਰਾਂ ਇਹਨਾਂ ਬਾਦਲ ਲਾਣੇ ਤੋਂ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਆਜ਼ਾਦ ਕਰਾਈਏ ਤਾਂ ਜੋ ਇੱਥੇ ਪੰਥ ਅਤੇ ਪੰਜਾਬ ਦੇ ਜਿਹੜੇ ਬੋਲਬਾਲੇ ਆ ਉਹ ਹੋਣ। ਜ਼ਮਾਨਤ ਤੇ ਬਾਹਰ ਆਏ ਨੇ 19 ਮਹੀਨੇ ਬਾਅਦ, ਉਹਨਾਂ ਤੇ ਹੁਣ ਸਰਕਾਰ ਨੇ ਜਿੱਥੇ ਮਰਜ਼ੀ ਘੁੰਮਣ ਦੀ ਕੋਈ ਪਾਬੰਦੀ ਤਾਂ ਨਹੀਂ ਲਾਈ ਕਿ ਘੁੰਮ ਨਹੀਂ ਸਕਦੇ ਜਾਂ ਉਹਨਾਂ ਨੂੰ ਕੋਈ? ਦੇਖੋ ਉਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਆ ਉਹ ਭਾਈ ਸੁਖਜੀਤ ਸਿੰਘ ਖੋਸੇ ਆਪ ਦੇਣਗੇ। ਤਕਰੀਬਨ 18-19 ਮਹੀਨਿਆਂ ਬਾਅਦ ਜਿਹੜੀ ਉਹਨਾਂ ਦੀ ਜਿਹੜੀ ਜ਼ਮਾਨਤ ਆ ਉਹ ਹੋਈ ਤੇ ਉਹਨਾਂ ਉੱਤੇ ਹੋਰ ਵੀ ਜਿਹੜੇ ਕੇਸ ਆ ਉਹ ਪਾ ਦਿੱਤੇ ਗਏ। ਜੋ ਸ਼੍ਰੋਮਣੀ ਕਮੇਟੀ ਦੇ ਇੱਕ ਸਕੱਤਰ ਉੱਤੇ ਜਿਹੜਾ ਹਮਲਾ ਹੋਇਆ ਸੀ, ਪਤਾ ਨਹੀਂ ਉਹ ਇਹਨਾਂ ਨੇ ਆਪ ਹੀ ਹਮਲਾ ਕਰਵਾਇਆ ਜਾਂ ਕਿਸੇ ਹੋਰ ਨੇ ਕੀਤਾ ਸੀ। ਸੋ ਉਸ ਕੇਸ ਦੇ ਵਿੱਚ ਵੀ ਭਾਈ ਸੁਖਜੀਤ ਸਿੰਘ ਖੋਸੇ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਗਿਆ ਤੇ ਹੁਣ ਜਿਹੜੀ ਆ ਉਹ ਦੋਨਾਂ ਤਿੰਨਾਂ ਕੇਸਾਂ ਦੇ ਵਿੱਚੋਂ ਭਾਈ ਸਾਹਿਬ ਦੀ ਜਿਹੜੀ ਜ਼ਮਾਨਤ ਆ ਉਹ ਹੋ ਚੁੱਕੀ ਆ। ਹੁਣ ਅਸੀਂ ਸਮਝਦੇ ਹਾਂ ਕਿ ਜਿਹੜੇ ਭਾਈ ਸੁਖਜੀਤ ਸਿੰਘ ਖੋਸੇ ਦੀ ਜਿਹੜੀ ਜ਼ਮਾਨਤ ਹੋਈ ਆ ਉਹ ਰਿਹਾ ਹੋਏ ਆ। ਸੋ ਉਹਨਾਂ ਦੇ ਬਾਹਰ ਆਉਣ ਕਰਕੇ 328 ਪਾਵਨ ਸਰੂਪਾਂ ਦੇ ਜਿਹੜੇ ਸੰਘਰਸ਼ ਨੂੰ ਜਿਹੜਾ ਬਲ ਆ ਉਹ ਹੋਰ ਮਿਲੇਗਾ ਤੇ ਬਾਦਲਕਿਆਂ ਦੇ ਵਿਰੁੱਧ ਜਿਹੜੀ ਲੰਬੀ ਲੜਾਈ ਆ ਉਹ ਕੌਮ ਪੰਥ ਜ਼ਰੂਰ ਲੜੇਗੀ। ਸਮੁੱਚੇ ਰੂਪ ਵਿੱਚ ਜਿਨ੍ਹਾਂ ਨੇ ਇਨਸਾਫ ਵਾਸਤੇ ਇੱਕ ਮੋਰਚੇ ਦੇ ਰੂਪ ਵਿੱਚ ਆਵਾਜ਼ ਬੁਲੰਦ ਕੀਤੀ, 40 ਦਿਨ ਕਰੀਬਨ ਉਹ ਸਿੰਘ ਉੱਥੇ ਬੈਠੇ ਇਨਸਾਫ ਦੇਣ ਦੀ ਬਜਾਏ ਚਾਰ ਰਾਹੀਂ ਗੁੰਡਾ ਬ੍ਰਿਗੇਡ ਰਾਹੀਂ ਹਮਲਾ ਕੀਤਾ। ਬਹੁਤ ਸਾਰੇ ਨੌਜਵਾਨਾਂ ਦੀਆਂ ਲੱਤਾਂ ਗਈਆਂ, ਭੈਣਾਂ ਦੀਆਂ ਤੇ ਕਿਸਮ ਦੇ ਲੋਕ ਜਿਹੜੇ ਸੀ ਉਹ ਗਲ ਪਵਾਏ। ਨਰੈਣੂ ਮਹੰਤ ਨੇ
1920 ਦੇ ਵਿੱਚ ਕੀਤਾ। ਮੁੜ 2020 ਵਾਲਾ ਇਤਿਹਾਸ 100 ਸਾਲ ਬਾਅਦ ਇਸ ਬਾਦਲ ਕੋੜਮੇ ਨੇ ਨਰੈਣੂਆਂ ਦੀ ਸੋਚ ਦਾ, ਜਿੱਥੇ ਕੁੱਟ ਮਾਰ ਕਰਕੇ ਉਸ ਮੋਰਚੇ ਨੂੰ ਤਾਰ ਪੀੜ ਕੀਤਾ, ਉੱਥੇ ਕੁਝ ਦੇ ਕੇਸ ਵੀ ਬਣਾਏ ਗਏ, ਜਿਨ੍ਹਾਂ 'ਚ ਵਿਸ਼ੇਸ਼ ਕਰਕੇ ਭਾਈ ਸੁਖਜੀਤ ਸਿੰਘ ਖੋਸਾ ਐਸੇ ਢੰਗ ਨਾਲ ਕੇਸ ਬਣਾ ਕੇ ਫਸਾ ਦਿਓ ਇਹਨਾਂ ਨੌਜਵਾਨਾਂ ਨੂੰ, ਤਾਂ ਕਿ ਇਹ ਗਾਂ ਹਿੰਮਤ ਨਾ ਕਰਨ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰਨ ਦੀ। ਔਰ ਉਦੋਂ ਬਾਅਦ ਉਸੇ ਮੋਰਚੇ ਦੀ ਤਰਜਮਾਨੀ ਕਰਦਿਆਂ 19ਵਾਂ ਮਹੀਨਾ ਅਸੀਂ ਉਸੇ ਹੀ ਤਰਜਮਾਨੀ ਕਰਦੇ ਇੱਥੇ ਬੈਠੇ ਹੋਏ। ਧੰਨਵਾਦ ਹੈ ਉੱਥੇ ਭਾਈ ਬਲਦੇਵ ਸਿੰਘ ਵਡਾਲਾ ਤੇ ਸਮੁੱਚੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਸ ਸ਼ਮਾ ਨੂੰ ਜਗਦੀ ਰੱਖਿਆ, ਕਿਉਂਕਿ ਬਾਦਲ ਕਾ ਟੱਬਰ ਤੇ ਬਾਦਲ ਕਾ ਜਥੇਦਾਰ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵੀਰੋ ਕੋਈ ਪਰਵਾਹ ਨਹੀਂ ਹੈ, ਪਰ ਇਹ ਭੁੱਲ ਗਏ ਕਿ ਨਰੈਣੂ ਮਹੰਤ ਨੇ ਜੰਡਾ ਨਾ ਬੰਨ ਕੇ ਸਾੜਿਆ ਸੀ, ਪਰੰਤੂ ਸਿੱਖਾਂ ਨੇ ਫੇਰ ਵੀ ਗੁਰੂ ਘਰ ਆਜ਼ਾਦ ਕਰਵਾ ਲਏ ਸੀ। ਤੁਸੀਂ ਜਾਂ ਤਾਂ ਸਾੜਨ ਤੋਂ ਉੱਪਰ ਦੀ ਗੱਲ ਕਰਦੇ, ਫੇਰ ਹੋ ਸਕਦਾ ਸੀ ਇਹ ਸ਼ਮਾ ਬੁੱਝ ਜਾਂਦੀ, ਪਰੰਤੂ ਤੁਸੀਂ ਡਾਂਗਾ ਹੀ ਮਾਰੀਆਂ। ਤੁਹਾਨੂੰ ਪਤਾ ਨਹੀਂ ਹੈ ਕਿ ਸੱਪ ਨੂੰ ਜ਼ਖਮੀ ਕਰਕੇ ਛੱਡਿਆ ਨਹੀਂ ਜਾਂਦਾ, ਜਾਂ ਫਿਰ ਮਾਰ ਹੀ ਦਿੱਤਾ ਜਾਂਦਾ ਹੈ। ਜੇ ਛੱਡ ਲਿਆ ਜਾਵੇ ਤੇ ਫਿਰ ਉਹ ਕੱਟਦਾ ਜ਼ਰੂਰ ਹੈ। ਤੇ ਸ਼ੇਰਾਂ ਨੂੰ ਕਦੇ ਪਿੰਜਰਿਆਂ 'ਚ ਨਹੀਂ ਪਾਇਆ ਜਾਂਦਾ। ਤੁਹਾਡੇ ਪਿੰਜਰੇ ਛੋਟੇ ਹੋ ਸਕਦੇ ਨੇ, ਪਰ ਇਹ ਕਲਗੀਧਰ ਦੇ ਪੁੱਤਰ ਪਿੰਜਰੇ ਤੋੜ ਕੇ ਬਾਹਰ ਆ ਹੀ ਜਾਂਦੇ ਨੇ। ਇਹ ਸੰਗਤਾਂ ਦਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਇੱਕ ਗਰੀਬ ਸਿੱਖ ਨੂੰ ਰਿਹਾਈ ਮਿਲੀ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬੱਚੇ ਦਾ, ਉਹਨਾਂ ਵੀਰਾਂ ਦਾ, ਉਹਨਾਂ ਭੈਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ 328 ਸਰੂਪ ਵਾਸਤੇ ਹਾਂ ਦਾ ਨਾਰਾ ਮਾਰਿਆ। ਮੈਨੂੰ ਥੋੜਾ ਬੋਲਣਾ ਚਾਹੀਦਾ, ਪਰ ਮੈਂ ਭਾਈ ਸਾਹਿਬ ਦੀਆਂ ਜਿਹੜੀ ਸਪੀਚ ਆ ਉਹਨੂੰ ਸੁਣਿਆ, ਉਹਦੇ ਵਿੱਚੋਂ ਮੈਨੂੰ ਝਲਕਿਆ ਕਿ ਸਾਡੇ ਹੈਪੀ ਭਾਜੀ ਅੱਜ ਕੱਲ ਇਕੱਠ ਬਹੁਤ ਕਰ ਰਹੇ, ਕਿਉਂਕਿ ਮੈਂ ਭਾਜੀ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਾਜੀ ਤੁਸੀਂ ਜਿਹੜੇ ਇਕੱਠ ਕਰਦੇ ਹੋ ਤੁਹਾਨੂੰ ਮੁਬਾਰਕ ਹੈ, ਪਰੰਤੂ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੋਣੀ ਆ ਵੀਰਾ, ਗੱਲ ਗੁਰੂ ਗ੍ਰੰਥ ਸਾਹਿਬ ਤੇ ਜਾ ਕੇ ਮੁੱਕਣੀ ਹੈ। ਪਹਿਲਾਂ ਜਿਹੜੀ ਤੇਰੀ ਬਣਾਈ ਹੋਈ ਕਮੇਟੀ ਹੈਗੀ ਹੈ, ਜਿਹੜੀ ਉਹਦੀ ਰਿਪੋਰਟ ਦੇ ਉੱਤੇ 328 ਸਰੂਪ ਦੀ ਸਾਰੀ ਗੱਲ ਚੱਲੀ ਹੈ, ਕਿੱਥੇ ਨੇ ਕਿੱਥੇ ਗਏ, ਪਹਿਲਾਂ ਉਹਦਾ ਹਿਸਾਬ ਦੇ ਸੰਗਤ ਨੂੰ। ਜੇ ਤੂੰ ਜਥੇਦਾਰ ਬਣਨਾ ਚਾਹੁੰਦਾ, ਫੀਲਿੰਗ ਤਾਂ ਤੁਸੀਂ ਜਥੇਦਾਰ ਦੀ ਬਹੁਤ ਲੈਂਦੇ ਹੋ, ਪਰੰਤੂ ਜਥੇਦਾਰਾਂ ਵਾਲੇ ਕੰਮ ਕਰਕੇ ਵਿਖਾਓ। ਅੱਜ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਦਾ ਹਿਸਾਬ ਮੰਗਣ ਵਾਸਤੇ ਭਾਈ ਬਲਦੇਵ ਸਿੰਘ ਵਡਾਲਾ ਜੀ, ਉਹਨਾਂ ਦੀ ਸਮੁੱਚੀ ਟੀਮ ਪੰਥਕ ਹੋਕਾ ਦੇ ਰਹੇ ਨੇ ਇੱਥੇ ਬੈਠੇ ਹੋਏ, ਪੰਥਕ ਹੋਕੇ ਨਾਂ ਦੀ ਜਥੇਬੰਦੀ ਦੇ ਬੈਨਰ ਹੇਠੋਂ। ਪਰੰਤੂ ਤੁਹਾਨੂੰ ਸੋਗ ਲੱਗਿਆ ਹੋਇਆ ਹੈ ਕਿ ਮੇਰੇ ਆਕਾ ਹਾਰ ਗਏ, ਸਿਆਸੀ ਮੌਤ ਹੋ ਗਈ ਜਥੇਦਾਰਾ ਤੇਰੇ ਆਕਾ ਦੀ, ਤੇ ਹੁਣ ਤੁਸੀਂ ਡਰਾਮੇਬਾਜ਼ੀ ਤੇ ਉਤਰੇ ਹੋ। ਤੁਹਾਡੀਆਂ ਡਰਾਮੇਬਾਜ਼ੀਆਂ ਕੌਮ ਨੇ ਚੱਲਣ ਨਹੀਂ ਦੇਣੀਆਂ। ਤੇ ਦੂਜੀ ਗੱਲ ਇਹਨਾਂ ਨੇ ਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਉਹ ਭਾਈ ਬਾਜ ਆ ਜਾਓ। ਗੁਰੂ ਸਾਹਿਬ ਨੇ ਮਿੱਟੀ ਦਾ ਤੇਲ ਪਾ ਕੇ ਮਸੰਦਾਂ ਨੂੰ ਸਾੜਿਆ ਸੀ, ਤੇ ਖਾਲਸਾ ਪੰਥ ਬਾਕੀ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਮਸੰਦ ਲਾਣਾ ਬਰਦਾਸ਼ਤ ਨਹੀਂ ਜੇ ਹੋਣਾ। ਤੁਸੀਂ ਗਦਾਰੀਆਂ ਕਰਦੇ ਹੋ, ਇਹ ਨਾਲ ਯਾਰੀਆਂ ਨਿਭਾਉਂਦੇ ਹੋ ਕਿਸੇ ਪਾਸੇ, ਇਹ ਪ੍ਰਵਾਨ ਨਹੀਂ ਹੈ। ਸੋ ਗੁਰੂ ਕਿਰਪਾ ਕਰੇ, ਜਿੰਨੀਆਂ ਸੰਗਤਾਂ ਨੇ ਇੱਥੇ ਯੋਗਦਾਨ ਪਾਏ ਉਹਨਾਂ ਦਾ ਧੰਨਵਾਦ। ਅਸਲੀ ਗੱਲ ਉਦਣ ਮੁੱਕਣੀ ਹੈ ਜਿੱਦਣ 328 ਸਰੂਪਾਂ ਦਾ ਹਿਸਾਬ ਮਿਲ ਗਿਆ, ਕਿਉਂਕਿ ਹਜੇ 18-19 ਮਹੀਨੇ ਬਾਅਦ ਬਾਹਰ ਆਏ ਹਾਂ, ਹਜੇ ਮੇਰੀ ਕਿਸੇ ਨਾਲ ਕੋਈ ਅਸੀਂ ਮੀਟਿੰਗ ਨਹੀਂ ਕਰ ਸਕੇ, ਅਸੀਂ ਬੈਠ ਕੇ ਗੁਰਮਤਾ ਨਹੀਂ ਕਰ ਸਕੇ। ਅਸੀਂ ਸਾਰੇ ਸਿਰ ਜੋੜ ਕੇ ਬੈਠਾਂਗੇ, ਜਿਵੇਂ ਦਾ ਸਤਿਗੁਰੂ ਪਾਤਸ਼ਾਹ ਨੇ ਕਰਾਇਆ ਉਵੇਂ ਦਾ ਕਰਾਂਗੇ। ਪਰੰਤੂ ਹੈਪੀ ਭਾਜੀ, ਤੁਹਾਨੂੰ ਜਥੇਦਾਰੀ ਕਰਨੀ ਸੌਖੀ ਨਹੀਂ ਹੋਵੇਗੀ। ਜਾਂ ਕੋਈ ਹੁਣ ਇੰਤਜ਼ਾਮ ਕਰ ਲਓ ਜੇਲ੍ਹ ਭੇਜਣ ਦਾ, ਜਾਂ ਫਿਰ
ਜਿਹੜਾ ਤੁਸੀਂ ਕੰਮ ਕਰਦੇ ਹੁੰਦੇ ਉਹ ਕਰ ਲਓ, ਪਰ ਜੇ ਸੁਖਜੀਤ ਸਿੰਘ ਸੁਪੁੱਤਰ ਸਰਦਾਰ ਸਵਰਨ ਸਿੰਘ ਜੀਂਦਾ ਰਿਹਾ, ਮੈਂ ਬੇਨਤੀ ਰੂਪ ਵਿੱਚ, ਧਮਕੀ ਨਹੀਂ, ਬੇਨਤੀ ਰੂਪ ਵਿੱਚ, ਜਥੇਦਾਰਾ ਜਾਂ ਫਿਰ ਜਥੇਦਾਰੀ ਕਰੇਗਾ ਜਾਂ ਚਾਪਲੂਸੀ ਕਰੇਗਾ, ਇੱਕੋ ਹੀ ਕੰਮ ਹੋਊਗਾ। ਜੇ ਜਥੇਦਾਰੀ ਕਰਨੀ ਆ ਤੇ ਫਿਰ ਅਕਾਲੀ ਫੂਲਾ ਸਿੰਘ ਬਣ ਜਾ, ਵਰਨਾ ਇਹ ਜਿਹੜੀਆਂ ਚਾਲਾਂ ਸ਼ਤਰੰਜ ਦੀਆਂ ਇਹ ਖੇਡਣੀਆਂ ਛੱਡ ਦਿਓ, ਮੋਹਰੇ ਬਣਨੋਂ ਹਟ ਜਾਓ। ਜੇ ਮੋਹਰੇ ਬਣਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਪੰਥ ਦਾ ਮੋਹਰਾ ਬਣੋ, ਪੰਥ ਲਈ ਕੁਝ ਸਵਾਰੋ, ਪਰੰਤੂ ਚਿੰਤਾ ਛੱਡ ਦਿਓ। ਕੋਈ ਟੱਬਰ ਹਾਰ ਗਿਆ, ਧਿਆਨ ਸਿੰਘ ਡੋਗਰੇ ਦੇ ਟੱਬਰ ਹਾਰਦੇ ਹੀ ਹੁੰਦੇ ਆ, ਨਰੈਣੂ ਮਹੰਤ ਦਾ ਕੋਲਮਾ ਹਾਰਦਾ ਹੀ ਹੁੰਦਾ। ਖਾਲਸਾ ਪੰਥ ਦੀ ਜਿੱਤ ਹੋਣੀ ਹੈ, ਗੁਰੂ ਨੇ ਕਿਰਪਾ ਕਰਨੀ ਹੈ ਕਿ ਸਾਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਛਾਏ। ਆਓ ਸਫਾ ਵਛਾ ਕੇ ਬੈਠੀਏ। ਸਾਰਿਆਂ ਵੀਰਾਂ ਦਾ ਧੰਨਵਾਦ ਇੱਕ ਵਾਰੀ ਫੇਰ, ਕਿਉਂਕਿ ਮੇਰੇ ਤੇ ਕੰਡੀਸ਼ਨਾਂ ਲਾਈਆਂ ਹੋਈਆਂ ਕਿ ਤੈਨੂੰ ਰਾਤ ਨਹੀਂ ਰਹਿਣ ਦੇਣਾ ਇੱਥੇ। ਮੈਂ ਤਾਂ ਚਾਹੁੰਦਾ ਸੀ ਵੀ ਮੈਂ ਇੱਥੇ ਰਹਾਂ ਤੇ ਕੱਲ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਪੰਥ ਦਾ ਹੁਕਮ ਸਿਰ ਮੱਥੇ ਹੈ। ਮੈਂ ਪੰਥ ਦਾ ਹੁਕਮ ਮੰਨਦਾ ਹੋਇਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਆਪਾਂ ਸਾਰੇ ਪੰਥ ਦਾ ਹੁਕਮ ਮੰਨੀਏ, ਦਰਬਾਰ ਸਾਹਿਬ ਨਤਮਸਤਕ ਹੋਈਏ। ਸਾਰੇ ਵੀਰ ਜਿੰਨੇ ਜਾ ਸਕਦੇ ਹੋ, ਜਿੰਨੇ ਆਏ, ਸਾਰਿਆਂ ਦਾ ਧੰਨਵਾਦ। ਅਗਲੀ ਗੱਲ ਸਾਰੇ ਆਪਾਂ ਮਿਲ ਕੇ ਬੈਠਾਂਗੇ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਕਿਉਂਕਿ ਇਹ ਚਾਹੁੰਦੇ, ਇਹਨਾਂ ਦੇ ਮਨ ਵਿੱਚ ਇਹੀ ਹੈ ਕਿ ਗੱਲ ਗਈ ਆਈ ਹੋ ਗਈ, ਉਹ ਸ਼ਦਾਈ ਸੀ। ਇੱਕ ਜਥੇਦਾਰਾ ਤੈਨੂੰ ਹੋਰ ਕਹਿਣੀ ਹੈ ਹੈਪੀ ਭਾਜੀ ਗੱਲ, ਵੀ ਤੂੰ ਕਹਿੰਦਾ ਸੀ ਵੀ ਸਿਰ ਫਿਰਿਆ ਕੋਈ ਆਵੇ ਤੇ ਤੁਸੀਂ ਘਰੋਂ ਆ ਗਏ ਤੇ ਸਿਰ ਫਿਰਿਆ ਆ ਗਿਆ। ਸੱਦ ਲਾ ਭਾਈ, ਜਿਹੜੇ ਸੱਦਣੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਹਿਸਾਬ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।